पेट्रोल तो जनाब 150 रुपये लीटर होना चाहिए, 10 रुपए सवारी होनी चाहिए। ਉਹ ਮੀਟਰ ਹੀ ਲੱਥਨੇ ਜੇ ਸਿੱਧੀ ਸਾਫ ਗੱਲ ਏ ਧਰਨੇ ਹੀ ਹੋਣੇ ਨੇ ਭਾਈ। हुकूमत ਜਿਹੜਾ ਵੀ ਕੰਮ ਕਰ ਰਹੀ ਹੈ ਨਾ ਖਾਣਾ ਖਰਾਬ ਹੀ ਕਰ ਰਹੀ ਹੈ ਸਾਡਾ ਤੇ। ਇਹ ਸਰਾਸਰ ਜ਼ਿਆਦਤੀ ਹੈ ਮਾੜੇ ਬੰਦਿਆਂ ਨੇ ਕਰਨੇ, ਮਾੜੇ ਬੰਦਿਆਂ ਹੁਣ ਮਰਨਾ ਹੈ, ਹੋਰ ਇੱਥੇ ਕੁਝ ਵੀ ਨਹੀਂ ਰਹਿ ਗਿਆ, ਇੱਥੋਂ ਨਸਣਾ ਆਵਾਮ ਨੇ। जी अस्सलाम वालेकुम नाजरीन, तो आज हम आ चुके हैं सियालकोट बाईपास पे। यहाँ हम रिक्शे वालों से पूछेंगे कि पेट्रोल की कीमतें बढ़ने की वजह से वो क्या हुकूमत को पैगाम देना चाहते हैं, और जो इन्होंने बिल के ऊपर 600 रुपया फिक्स चार्जेस जो मीटर के लगा दिए हैं आवाम से उसकी राय पूछते हैं, तो वो हुकूमत को क्या पैगाम देना चाहते हैं। आइए चलते हैं और उनसे करते हैं गुफ्तगू और सबकी राय लेते हैं। आइए। अस्सलाम वालेकुम भाईजान। वालेकुम सलाम जी। प्यारे भैया, जरा हुकूमत ने रातों रात पेट्रोल ਵਧਾਈ ਤਾਂ ਇਹਦੇ ਬਾਰੇ ਤੁਸੀਂ हुकूमत ਨੂੰ ਕੀ ਪੈਗਾਮ ਦੇਣਾ ਚਾਹੋਗੇ? ਅੱਛੀ ਗੱਲ ਹੈ ਜਿਹੜਾ ਨਾ ਪੈਟਰੋਲ ਜਦੋਂ ਪਿੱਛੋਂ ਮਹਿੰਗਾ ਲੱਭਣ ਡਿਆ ਤੇ ਅੱਗੇ ਵੀ ਤੇ ਮਹਿੰਗਾ ਹੀ ਵਿਕਣਾ ਨਾ। ਸਹੀ ਹੋ। ਹੁਕੂਮਤ ਅੱਛਾ ਕਰਦੀ ਹੈ ਜੋ ਵੀ ਕਰਦੀ ਹੈ। हुकूमत अच्छा करती है पई ते ए जेरे मीटर दा ना फिक्स चार्जेस 600 रुपया ना पाई ता मीटर दा किराया हर महीने ਤੁਹਾਨੂੰ ਬਿੱਲ ਦਾ ਜਿਹੜਾ ਨਾ ਉਹਦੇ ਵਿੱਚ 600 ਰੁਪਇਆ ਲਾ ਕੇ ਆਏ ਕਰੇਗਾ। ਹਾਲਾਂਕਿ ਤੁਸੀਂ ਮੀਟਰ ਦੇ ਪੈਸੇ ਦਿੱਤੇ ਨੇ, ਤੁਸੀਂ ਮੀਟਰ ਆਪਣੇ ਕੋਲੋਂ ਲਵਾਇਆ ਹੈ, ਇਹਦੇ ਬਾਰੇ ਤੁਸੀਂ ਹੁਕੂਮਤ ਨੂੰ ਕੀ ਕਹਿਣਾ ਚਾਹੋਗੇ? ਮੈਂ ਤੇ ਭਾ ਮੀਟਰ ਲਵਾਇਆ ਕੋਈ ਨਹੀਂ ਜੀ, ਕੋਈ ਵੀ ਨਾ ਮੇਰੇ ਕੋਲ ਮਕਾਨ ਹੈ ਸਹੀ ਤੇ ਮੈਂ ਕਿਸੇ ਨੂੰ ਕੀ ਦੱਸਣਾ। ਪਿਆਰੇ ਭਾਈ, ਇਹ ਪੈਟਰੋਲ ਵਧਿਆ ਜਿਹੜਾ ਰਾਤੋਂ ਰਾਤ ਵੱਧ ਗਿਆ ਹੈ, ਇਹਦੇ ਨਾਲ ਤੁਹਾਡੀ ਕੋਈ ਸਵਾਰੀ ਤੇ ਅਸਰ ਪਿਆ ਜਾਂ ਕਿਰਾਏ ਦਾ ਮਾਮਲਾ ਕੀ ਹੁੰਦਾ, ਕੀ ਆਵਾਮ ਗੱਲ ਕਰਦੀ ਹੈ ਤੁਹਾਡੇ ਨਾਲ? ਸਵਾਰੀ ਬਹਿਸ ਕਰਦੀ ਹੈ, ਠੀਕ ਠਾਕ ਬਹਿਸ ਕਰਦੀ। ਪਹਿਲਾਂ ਕਿੰਨਾ ਕਿਰਾਇਆ ਹੈ ਇੱਥੋਂ ਬਾਈਪਾਸ ਤੋਂ ਲੈ ਕੇ ਨੰਦੀਪੁਰ ਤੱਕ ਦਾ? ਸਾਡਾ ਰੂਟ ਨਹੀਂ ਹੈ, 50 ਰੁਪਏ ਕਿਰਾਇਆ ਸੀ, 50 ਰੁਪਏ। ਅੱਛਾ। ਤੇ ਫਿਰ ਬਾਅਦ ਉਹ ਤੇਲ ਵਧਿਆ ਨਾ 324 ਹੋਇਆ ਤੇ ਉਦੋਂ ਭਾਈ 60 ਰੁਪਏ ਕੀਤਾ। ਅੱਛਾ। ਕਈਆਂ ਸੀਐਨਜੀ ਵਾਲਿਆਂ 70 ਕੀਤਾ। ਸਹੀ ਹੈ। ਠੀਕ ਹੋ ਗਿਆ। ਤੇ ਉਦੋਂ ਬਾਅਦ ਚਿੱਛਰ ਵਾਲੀ ਦਾ ਜਿਹੜਾ ਕਿਰਾਇਆ ਉਹ 50 ਸੀ ਪਹਿਲਾਂ, ਹੁਣ 70 ਉਹ ਵੀ ਕੀਤਾ। ਤੇਲ ਇੱਕੋ ਦਮ ਹੀ ਇੰਨਾ ਵੱਧ ਗਿਆ ਤੇ ਹੁਣ ਜਿਹੜਾ 458 ਰੁਪਏ ਆਂਦੇ ਨੇ ਹੋ ਗਿਆ ਲੀਟਰ ਪੈਟਰੋਲ ਜਿਹੜਾ, ਤੇ ਇਹ ਹੁਣ ਸਵਾਰੀ ਕਿੰਨਾ ਕਿਰਾਇਆ ਤੁਸੀਂ ਲੈ ਰਹੇ ਹੋ ਸਵਾਰੀ ਦੇ ਕੋਲੋਂ? ਸਵਾਰੀ ਕੋ ਕਮੋ ਪੇਸ਼ੀ 70 ਰੁਪਏ ਕਿਰਾਇਆ ਬੰਦ ਹੈ। ਬੰਦ ਹੈ ਤੇ ਕਿੰਨਾ ਦਿੰਦੀ ਹੈ ਸਵਾਰੀ ਕਿਰਾਇਆ? ਉਹੀ 50 60 50 60 ਕਹਿੰਦੀ ਇੰਨੇ, ਇਹ ਅੱਗੇ ਵੀ ਇੰਨੇ ਦਿੰਦੇ ਆ। ਤੇਲ ਚ ਸਾਡਾ ਤੇ ਨਹੀਂ ਨਾ ਕੋਈ ਕਸੂਰ ਵਧਿਆ। ਤੇ ਹੁਕੂਮਤ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਕਿਉਂ ਗਰੀਬ ਆਵਾਮ ਤੇ ਇੰਨਾ ਜ਼ੁਲਮ ਵੀ ਕਰਦੀ ਹੈ? ਇਹ ਤਾਂ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਨਾ, ਸਾਨੂੰ ਤੇ ਨਹੀਂ ਨਾ ਸੋਚਣਾ ਚਾਹੀਦਾ। ਇਹ ਤਾਂ ਵੇਖ ਲੋ ਰੋਜ਼ ਕਮਾਨ ਨਿਕਲੇ ਆ ਘਰੋਂ। ਤੇ ਤੁਹਾਡੇ ਖਿਆਲ ਨਾਲ ਕਿੰਨੇ ਰੁਪਏ ਲੀਟਰ ਪੈਟਰੋਲ ਹੋਣਾ ਚਾਹੀਦਾ ਹੈ? ਉਹੀ ਜੋ ਪਹਿਲਾ ਹੀ ਰੇਟ ਸੀ ਉਹ ਵੀ ਠੀਕ ਹੀ ਸੀ ਕਿ 300 ਵੀ ਹੁੰਦਾ ਫੇਰ ਵੀ ਸਮਝ ਚ ਸੀ। ਹੁਣ ਇੰਨਾ ਜ਼ਿਆਦਾ 100 ਦੇ 40 35 ਰੁਪਏ ਲੀਟਰ ਤੇਲ ਫੇਰ ਵੱਧ ਗਿਆ। ਪਹਿਲੇ 55 ਵਧਿਆ, ਫੇਰ ਇੰਨਾ ਵਧਿਆ ਕਿ ਦਿਲ ਨੂੰ ਹੱਥ ਨਹੀਂ ਪੈਂਦਾ। ਦੱਸੋ। ਇਹ ਜਿਹੜੀ ਹੁਕੂਮਤ ਨੇ ਮੀਟਰਾਂ ਦੇ ਉੱਤੇ ਜਿਹੜਾ ਬਿੱਲਾਂ ਦੇ ਉੱਤੇ ਫਿਕਸ ਚਾਰजेस 600 ਰੁਪਇਆ ਉਹਨਾਂ ਪਾ ਦਿੱਤਾ ਹੈ, ਉਹਨਾਂ ਕਿਹਾ ਜੀ ਹਰ ਬੰਦੇ ਹਰ ਘਰ ਨੇ 600 ਰੁਪਇਆ ਦੇਣਾ ਹੀ ਦੇਣਾ। ਇਹਦੇ ਬਾਰੇ ਤੁਸੀਂ ਹੁਕੂਮਤ ਨੂੰ ਕੀ ਪੈਗਾਮ ਦੇਣਾ ਚਾਹੋਗੇ? ਉਹ 600 ਹੈ ਕਾਹਦਾ ਹੈ, ਇਹ ਕੋਈ ਅੱਗੋਂ ਪਤਾ ਲੱਗੇ ਨਾ ਸਾਨੂੰ। ਮੀਟਰ ਦਾ ਕਿਰਾਇਆ ਉਹ ਆਂਦੇ ਨੇ ਤੁਹਾਨੂੰ ਪੈਣਾ 600 ਰੁਪਇਆ। ਉਹ ਮੀਟਰ ਹੀ ਲੱਥਨੇ ਜੇ ਸਿੱਧੀ ਸਾਫ ਗੱਲ ਏ, ਧਰਨੇ ਹੀ ਹੋਣੇ ਨੇ ਭਾਈ। ਇਹ ਜਿਹੜਾ ਤੁਸੀਂ ਇੱਕ ਯੂਨਿਟ ਵੀ ਸਾਰੋਗੇ ਨਾ ਉਹਦੇ ਤੁਹਾਨੂੰ ਵੱਖਰੇ ਪੈਸੇ ਪੈਣਗੇ, ਤੇ ਨਾਲੇ ਜਿਹੜਾ ਨਾ 600 ਰੁਪਇਆ ਤੁਹਾਨੂੰ ਮੀਟਰ ਤੇ ਫਿਕਸ ਪੈ ਜਾਣਾ ਕਰਨਾ ਬਿੱਲ ਦੇ ਵਿੱਚ। ਤੇ ਨਹੀਂ ਨਾ ਹੋਣਾ ਇਹ, ਵੇਖੋ ਰੋਡ ਤੇ ਨਿਕਲਦੀ ਜਾਣਗੇ ਆਵਾਮ। ਸਲਾਮ ਅਲੈਕੁਮ ਜੀ। ਵਾਲੇकुम सलाम जनाब। ਪਿਆਰੇ ਭਈਆ, ਜਿਹੜਾ ਪੈਟਰੋਲ ਰਾਤੋਂ ਰਾਤ ਵੱਧ ਗਿਆ, ਇਹਦੇ ਬਾਰੇ ਤੁਸੀਂ ਹੁਕੂਮਤ ਨੂੰ ਕੀ ਪੈਗਾਮ ਦੇਣਾ ਚਾਹੋਗੇ? ਹੁਕੂਮਤ ਨੇ ਇਹ ਕਹਿ ਸਕਦੇ ਆ ਕਿ ਗਰੀਬ ਬੰਦੇ ਦਾ ਲੱਕ ਟੁੱਟ ਗਿਆ ਹੈ, ਗਰੀਬ ਰੋਟੀ ਤੇ ਵੀ ਆਵਾਜ਼ਾਰ ਹੋ ਗਿਆ ਜਨਾਬ। ਕਿਰਾਇਆ ਸਵਾਰੀ ਭਰਦੀ ਕੋਈ ਨਹੀਂ, ਸਵਾਰੀ ਗੱਲ ਪੈ ਜਾਂਦੀ। ਇਹਨਾਂ ਨੂੰ ਚਾਹੀਦਾ ਹੈ ਮਰੀਮ ਸਾਹਿਬਾਂ ਨੂੰ ਕਿ ਸਾਡੇ ਤੇ ਮਿਹਰਬਾਨੀ ਕਰਨ। ਹਾਂਜੀ। ਮੇਰਾ ਪੈਟਰੋਲ ਕਿੰਨੇ ਰੁਪਏ ਲੀਟਰ ਹੋਣਾ ਚਾਹੀਦਾ ਤੁਹਾਡੇ ਖਿਆਲ ਦੇ ਨਾਲ? ਪੈਟਰੋਲ ਤੇ ਜਨਾਬ 150 ਰੁਪਏ ਲੀਟਰ ਹੋਣਾ ਚਾਹੀਦਾ, 10 ਰੁਪਏ ਸਵਾਰੀ ਹੋਣੀ ਚਾਹੀਦੀ ਹੈ। ਤੇ ਹੁਣ ਸਵਾਰੀ ਤੋਂ ਕੋ ਪੈਟਰੋਲ ਵਧਣ ਤੋਂ ਪਹਿਲਾਂ ਕਿੰਨਾ ਕਿਰਾਇਆ ਲੈ ਰਹੇ ਹੋ ਤੁਸੀਂ? ਪਹਿਲੇ 50 ਰੁਪਏ ਸਵਾਰੀ ਸੀ ਜਨਾਬ, ਤੇ ਹੁਣ ਕਿੰਨਾ ਕੀਤਾ ਹੈ? ਹੁਣ ਦਿੰਦੀ ਨਹੀਂ ਸਵਾਰੀ, 50 ਵੀ ਨਹੀਂ ਦੇ ਜਾਂਦੀ, ਲੜਦੀ ਵੀ ਇਹ ਗੱਲ ਪੈ ਜਾਂਦੀ ਹੈ। ਤੇ ਇਹ ਜਿਹੜੇ ਹੁਕੂਮਤ ਨੇ ਜਿਹੜਾ ਨਵਾਂ ਕਾਰਨਾਮਾ ਕੀਤਾ ਹੈ ਕਿ ਬਿੱਲਾਂ ਦੇ ਵਿੱਚ ਮੀਟਰ ਦਾ ਫਿਕਸ 600 ਰੁਪਇਆ ਉਹਨਾਂ ਪਾ ਦਿੱਤਾ, ਭਾਵੇਂ ਤੁਸੀਂ ਜਿੰਨੇ ਮਰਜ਼ੀ ਯੂਨਿਟ ਸਾਰੋ। ਇਹਦੇ ਬਾਰੇ ਤੁਸੀਂ ਹੁਕੂਮਤ ਨੂੰ ਕੀ ਕਹਿਣਾ ਚਾਹੋਗੇ? ਹੁਕੂਮਤ ਜਿਹੜਾ ਵੀ ਕੰਮ ਕਰ ਰਹੀ ਹੈ ਨਾ ਖਾਣਾ ਖਰਾਬ ਹੀ ਕਰ ਰਹੀ ਹੈ ਸਾਡਾ ਤੇ। ਹਾਂਜੀ। ਮਾਰੇ ਬੰਦੇ ਨੂੰ ਕੁਝ ਵਹਾਂਦੇ ਕੁਝ ਨੇ, ਕਰਦੇ ਕੁਝ ਨੇ। ਬੰਦਾ ਕੀ ਕਰੇ, ਉੱਥੇ ਝੂਠ ਤੇ ਗੇਮ ਚੱਲ ਰਹੀ ਹੈ ਸਾਰੀ ਬੋਈ। ਭਈਆ, ਜਿਹੜਾ ਰਾਤੋਂ ਰਾਤ ਪੈਟਰੋਲ ਵਧਾਈ ਤਾਂ ਹੁਕੂਮਤ ਨੇ, ਇਹਦੇ ਬਾਰੇ ਤੁਸੀਂ ਕੀ ਹੁਕੂਮਤ ਨੂੰ ਕਹਿਣਾ ਚਾਹੋਗੇ? हुकूमत की यही मेहरबानी है कि पेट्रोल सस्ता करन, सवारी अगे कोने एक दो सवारी लैके जाईदी है, ਉਹਦੇ ਨਾਲ ਨਿਜ਼ਾਮ ਨਹੀਂ ਸਾਡਾ ਚੱਲਦਾ ਪਿਆ। ਮਹਿੰਗਾਈ ਨੇ ਸਾਡਾ ਲੱਕ ਤਰੋੜਿਆ ਫੜ ਕੇ। ਸਾਰੇ ਰਕਸ਼ੇ ਵਾਲੇ ਵੀਰ ਵਿਹਲੇ ਬੈਠੇ ਨੇ। ਪਹਿਲਾਂ ਕਿੰਨਾ ਕਿਰਾਇਆ ਤੁਸੀਂ ਸਵਾਰੀ ਕੋ ਲੈ ਰਹੇ ਹੋ ਤੇ ਹੁਣ ਕਿੰਨਾ ਲੈ ਰਹੇ ਹੋ? ਪਹਿਲਾਂ 50 ਰੁਪਏ ਸਵਾਰੀ ਦਿੰਦੀ ਚਰਾਲੀ ਦਾ, ਹੁਣ 60 ਰੁਪਏ ਲਈਦੇ ਨੇ। ਉਹ ਵੀ ਨਹੀਂ ਸਵਾਰੀ ਦਿੰਦੀ ਹੈ ਕਿਰਾਇਆ, 60 ਰੁਪਏ ਵੀ ਦਿੰਦੀ ਹੈ, ਉਹ 50 ਰੁਪਏ ਪਹਿਲੇ ਹੀ ਕਿਰਾਇਆ ਚੱਲਦਾ ਪਿਆ।
ਤੇ ਇਹ ਜਿਹੜਾ ਹਕੂਮਤ ਨੇ ਨਵਾਂ ਕਾਰਨਾਮਾ ਸਰ ਅੰਜਾਮ ਦਿੱਤਾ ਹੈ, ਹਕੂਮਤ ਨੇ ਮੀਟਰ ਦਾ ਜਿਹੜਾ ਨਾ 600 ਰੁਪਇਆ ਫਿਕਸ ਚਾਰजेस ਹਰ ਬਿੱਲ ਦੇ ਉੱਤੇ ਪਾ ਦਿੱਤਾ ਹੈ। ਇਹਦੇ ਬਾਰੇ ਤੁਸੀਂ ਹਕੂਮਤ ਨੂੰ ਕੀ ਕਹੋਗੇ ਕਿ ਰਿਲੀਫ ਦੇਣਾ ਚਾਹੀਦਾ ਜਾਂ ਇੰਜ ਨਹੀਂ ਕਰਨਾ ਚਾਹੀਦਾ? ਤੁਹਾਡੀ ਕੀ ਰਾਏ ਵੇ? ਸਾਡੀ ਇਹ ਰਾਏ ਵੇ ਕਿ ਮਹਿੰਗਾਈ ਨੇ ਤੇ ਅੱਗੇ ਪੈਟਰੋਲ ਨੇ ਲੱਕ ਤਰੋੜਿਆ ਤੇ ਅਸੀਂ ਇਹ ਚਾਰਜ ਕਿੱਥੋਂ ਦੇਾਂਗੇ ਫੀ? ਉਹ ਤੁਸੀਂ ਜਿੰਨੇ ਮਰਜ਼ੀ ਯੂਨਿਟ ਸਾਰੋ 600 ਰੁਪਇਆ ਤੁਹਾਨੂੰ ਪੈ ਜਾਣਾ ਬਿੱਲ ਦੇ ਵਿੱਚ, ਉਹਦਾ ਕਿਰਾਇਆ ਪੈ ਜਾਣਾ। ਹਾਲਾਂਕਿ ਜਿਹੜਾ ਨਾ ਬੰਦਾ ਜਦੋਂ ਬਿੱਲ ਲਵਾਉਂਦਾ ਹੈ ਨਾ, ਮੀਟਰ ਲਵਾਉਂਦਾ ਹੈ ਨਾ ਬੰਦਾ, ਜਦੋਂ ਉਦੋਂ ਬੰਦਾ ਨੋਟਿਸ ਦੇ ਪੈਸੇ ਜਮ੍ਹਾਂ ਕਰਵਾਉਂਦਾ, ਮੀਟਰ ਦੇ ਪੈਸੇ ਜਮ੍ਹਾਂ ਕਰਵਾਉਂਦਾ। ਜਦੋਂ ਇੱਕ ਮੀਟਰ ਖਰਾਬ ਵੀ ਹੋ ਜਾਂਦਾ ਨਾ, ਉਸ ਤੋਂ ਬਾਅਦ ਫਿਰ ਬੰਦਾ ਪੈਸੇ ਦੇ ਕੇ ਮੀਟਰ ਲਵਾਉਂਦਾ। ਤੇ ਇਸ ਕਿਹੜੀ ਗੱਲ ਦਾ ਸਾਡੇ ਕੋਲ ਕਿਰਾਇਆ ਲੈਣ ਦੇ ਨੇ? 600 ਰੁਪਇਆ ਕਾਹਦਾ ਪਾਣ ਦੇ ਨੇ? ਇਹ ਜ਼ਿਆਦਤੀ ਨਹੀਂ ਬਾਣ ਦੇ ਨਾਲ ਤੇ ਹੋਰ ਕੀ ਹੋ ਰਿਹਾ ਦੱਸੋ ਜੀ ਤੁਸੀਂ ਜ਼ਰਾ। ਜ਼ਿਆਦਤੀ ਇਹ ਗਰੀਬ ਬੰਦੇ ਦੇ ਨਾਲ ਭਾਈ। ਜਦੋਂ ਇੱਕ ਮੀਟਰ ਸਰ ਜਾਂਦਾ, ਕਿਆ ਹਕੂਮਤ ਆਪਣੇ ਕੋਲੋਂ ਤੁਹਾਨੂੰ ਫ੍ਰੀ ਲਵਾ ਕੇ ਦਿੰਦੀ ਏ? ਫ੍ਰੀ ਲਵਾ ਕੇ ਦੇਣਾ ਚਾਹੀਦਾ ਹਕੂਮਤ ਨੂੰ। ਚਾਰਜ ਤੇ ਅਸੀਂ ਪਹਿਲਾਂ ਪੇ ਕਰ ਦਿੱਤੇ ਨੇ। ਉਸ ਤੋਂ ਬਾਅਦ ਜਦੋਂ ਵੀ ਕੋਈ ਸਰਦਾ ਜਾਂ ਕੋਈ ਵੀ ਮਾਮਲਾ ਹੁੰਦਾ ਹੈ, ਉਹ ਆ ਕੇ ਜਿਹੜਾ ਨਾ ਮੀਟਰ ਲਾਉਣ ਲੱਗ ਪੈਂਦੇ ਨੇ। ਹਾਲਾਂਕਿ ਬੰਦੇ ਦਾ ਆਪਣਾ ਮੀਟਰ ਉਹਨੇ ਆਪਣੇ ਪੈਸਿਆਂ ਤੋਂ ਲਵਾਇਆ ਹੈ, ਉਹ ਆਪਣਾ ਬਿਜਲੀ ਦਾ ਕਨੈਕਸ਼ਨ ਕੱਟਣ, ਉਹਨਾਂ ਦਾ ਇਹ ਕੋਈ ਤੁੱਕ ਨਹੀਂ ਬਣਦਾ ਹੈ ਕਿ ਉਹ ਆ ਕੇ ਮੀਟਰ ਲਾ ਕੇ ਲੈ ਜਾਣ। ਤੇ ਆਵਾਮ ਇਸ ਵਕਤ ਬਹੁਤ ਪਰੇਸ਼ਾਨ ਹੈ। ਤੇ ਹਕੂਮਤ ਜਾਂ ਮਰੀਮ ਨਵਾਜ਼ ਅੱਗੇ ਮੇਰੀ ਇਹ ਅਪੀਲ ਹੈ ਕਿ ਆਵਾਮ ਨੂੰ ਜਿਹੜਾ ਨਾ ਜੁੱਤੀਆਂ ਮਾਰਨਾ ਘੱਟ ਕਰ ਦਿਓ ਤੇ ਆਵਾਮ ਤੇ ਜ਼ਿਆਦਤੀ ਘੱਟ ਕਰੋ। ਆਵਾਮ ਜਦੋਂ ਬੋਲਣ ਲੱਗ ਪਈ ਤੇ ਫਿਰ ਤੁਹਾਡੇ ਕੋਲ ਚੁੱਪ ਨਹੀਂ ਕਰਾਈ ਜਾਣੀ ਹੈ। ਤੇ ਆਈਓ ਚੱਲਦੇ ਆ ਕਿਸੇ ਹੋਰ ਬੰਦੇ ਕੋਲ ਤੇ ਉਹਦੇ ਕੋਲ ਰਾਏ ਲੈਣੇ ਆ ਕਿ ਪੈਟਰੋਲ ਵਧਣ ਦੇ ਨਾਲ ਉਹਦੀ ਜ਼ਿੰਦਗੀ ਤੇ ਕੀ ਅਸਰ ਹੋਇਆ ਹੈ, ਕੀ ਸਵਾਰੀ ਕਿਰਾਇਆ ਦੇ ਰਹੀ ਹੈ ਜਾਂ ਨਹੀਂ ਦੇ ਰਹੀ ਹੈ, ਉਹਦੀ ਰੋਜ਼ੀ 'ਚ ਕੀ ਫਰਕ ਪਿਆ। ਆਈਓ ਜੀ ਕਿੱਥੇ ਜਾਣਾ ਜੀ? ਜਾਣਾ ਕਿਧਰੇ ਨਹੀਂ, ਤੁਹਾਡੇ ਕੋਲ ਇਹ ਪੁੱਛਣਾ ਹੈ ਕਿ ਜਿਹੜਾ ਪੈਟਰੋਲ ਵੱਧ ਗਿਆ ਰਾਤੋਂ ਰਾਤ, ਇਹਦੇ ਨਾਲ ਕੀ ਅਸਰ ਪਿਆ ਸਵਾਰੀ ਤੇ, ਜਾਂ ਕੀ ਮਾਮਲਾ? ਕਿਰਾਏ ਦਾ ਕਿੰਨਾ ਕਿਰਾਇਆ ਹੋ ਗਿਆ? ਪਹਿਲਾਂ ਕਿੰਨਾ ਕਿਰਾਇਆ ਚੱਲਦਾ ਸੀ ਪਿਆ? ਪਹਿਲਾਂ 70 ਰੁਪਏ ਚੱਲਦਾ ਸੀ ਪਿਆ ਪੁਲ ਤੋਂ ਬਾਈਪਾਸ ਦਾ, ਅੱਛਾ, ਤੇ ਹੁਣ 100 ਰੁਪਇਆ। 100 ਰੁਪਇਆ ਕਿਰਾਇਆ ਇੱਥੋਂ ਤੇ ਸ਼ਿਸ਼ਰ ਵਾਲੇ ਤੱਕ ਜਾਣ ਦਾ। ਆਹੋ। ਤੇ ਹਕੂਮਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪੈਟਰੋਲ ਵਧਾਈ ਤਾਂ? ਕੀ ਤੁਹਾਡੀ ਰਾਏ ਵੇ? ਕਿੰਨੇ ਲੀਟਰ ਪੈਟਰੋਲ ਹੋਣਾ ਚਾਹੀਦਾ? ਕਿੰਨੇ ਰੁਪਏ ਲੀਟਰ ਹੋਣਾ ਚਾਹੀਦਾ? ਜੋ ਪਹਿਲਾਂ ਰੇਟ ਸੀ ਆਈ ਠੀਕ ਹੈ। ਕੀ ਰੇਟ ਸੀ ਪਹਿਲਾਂ? 363 ਰੁਪਏ। ਇਹ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਹੈ? ਥੱਲੇ ਵੀ ਹੋਈ ਤੇ ਬੜੀ ਗੱਲ ਹੈ। ਤੇ ਆ ਜਿਹੜਾ ਨਾ ਫਿਕਸ ਚਾਰजेस ਜਿਹੜੇ ਨੇ ਪਾ ਦਿੱਤੇ ਨੇ, ਮੀਟਰ ਦਾ ਕਿਰਾਇਆ 600 ਰੁਪਇਆ ਪਾ ਦਿੱਤਾ ਹਰ ਬਿੱਲ ਦੇ ਵਿੱਚ। ਇਹਦੇ ਬਾਰੇ ਤੁਹਾਡੀ ਕੀ ਰਾਏ ਵੇ? ਹਕੂਮਤ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਕੁਛ ਨਹੀਂ, ਘੁੰਮਣ ਨੂੰ ਕੀ ਕਹਿਣਾ, ਜੋ ਕਰਦੀ ਆਪਣੀ ਮਰਜ਼ੀ ਕਰੀ ਜਾਏ। ਪਿਆਰੇ ਭਾਈਆ, ਜਿਹੜਾ ਰਾਤੋਂ ਰਾਤ ਹਕੂਮਤ ਨੇ ਪੈਟਰੋਲ ਵਧਾਈ ਤੇ ਇਹਦੇ ਬਾਰੇ ਤੁਹਾਡੀ ਕੀ ਰਾਏ? ਹਕੂਮਤ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਸਵਾਰੀ ਦਾ ਕੋਈ ਫਰਕ ਪਿਆ ਜਾਂ ਕਿਰਾਏ ਦਾ ਕੀ ਫਰਕ ਪਿਆ? ਭਾਅ ਸਵਾਰੀ ਕਿਰਾਇਆ ਦਿੰਦੀ ਨਹੀਂ ਹੈ, ਕੀ ਕਰੀਏ ਯਾਰ, ਮਜਬੂਰੀ ਹੈ ਸਾਡੀ ਵੀ। ਪੈਟਰੋਲ ਵਧਾਈ ਜਾਣਦੇ ਨੇ, ਮਾੜੇ ਬੰਦਿਆਂ ਦਾ ਅੱਗ ਮਾਰਨ ਦੇ ਨੇ। ਪੈਟਰੋਲ ਜਿਹੜਾ ਕਿੰਨੇ ਰੁਪਏ ਲੀਟਰ ਹੋਣਾ ਚਾਹੀਦਾ ਤੁਹਾਡੇ ਖਿਆਲ ਨਾਲ? ਭਾਈ ਇਹ ਹੋਣਾ ਚਾਹੀਦਾ 210 ਰੁਪਏ, 200 ਰੁਪਇਆ ਹੋਣਾ ਚਾਹੀਦਾ। ਇਹ 460 ਰੁਪਏ ਹੋ ਗਿਆ। ਤੇ ਇਹ ਜਿਹੜਾ ਇਹਨਾਂ ਹਰ ਮੀਟਰ ਦਾ ਜਿਹੜਾ ਕਿਰਾਇਆ ਜਿਹੜਾ ਨਾ 600 ਰੁਪਇਆ ਬਿੱਲਾਂ 'ਚ ਆਉਣਾ ਹੀ ਆਉਣਾ ਤੁਹਾਨੂੰ। ਇਹਨਾਂ ਫਿਕਸ ਚਾਰजेस ਪਾਈਤੇ ਨੇ, ਇਹਦੇ ਬਾਰੇ ਤੁਸੀਂ ਕੀ ਹਕੂਮਤ ਨੂੰ ਕਹਿਣਾ ਚਾਹੋਗੇ? ਜ਼ਿਆਦਤੀ ਹੈ ਜਾਂ ਨਹੀਂ ਜ਼ਿਆਦਤੀ? ਭਾਈ ਇਹ ਸਰਾਸਰ ਜ਼ਿਆਦਤੀ ਹੈ, ਮਾੜੇ ਬੰਦਿਆਂ ਨੇ ਕਰਨੇ। ਮਾੜੇ ਬੰਦਿਆਂ ਹੁਣ ਮਰਨਾ ਹੈ, ਹੋਰ ਇੱਥੇ ਕੁਝ ਵੀ ਨਹੀਂ ਰਹਿ ਗਿਆ। ਇੱਥੋਂ ਨਸਣਾ ਆਵਾਮ ਨੇ। ਇਹ ਆਪਣਾ ਸੋਚਣ ਦੇ ਨੇ, ਮਾੜੇ ਬੰਦਿਆਂ ਦਾ ਕੁਝ ਨਹੀਂ ਸੋਚਣ ਦੇ। ਇੰਜ ਇਹ ਮਾਰੇ ਬੰਦੇ ਨੂੰ ਦਬਾਣ ਦੇ ਨੇ। ਇਹਨਾਂ ਦੀ ਕੋਸ਼ਿਸ਼ ਹੈ ਕਿ ਉਹ ਮਾਰੀ ਜਾਣ, ਕੁਝ ਵੀ ਨਾ ਕਰ ਸਕਣ। ਹਾਂ ਇੰਨੀ ਗੱਲ ਹੈ ਭਾਈ। ਤੇ ਪਹਿਲਾਂ ਨਿਜ਼ਾਮ ਸਹੀ ਚੱਲਦਾ ਸੀ ਤੁਹਾਡਾ, ਜਾਣਕਾਰੀ ਚਲਾ ਚਲੂ ਕੇ, ਤੇ ਅੱਜ ਕੱਲ ਕੀ ਹਾਲਾਤ ਵਾਕਿਆਤ? ਭਾਈ ਸਵਾਰੀ ਬਹਿੰਦੀ ਨਹੀਂ ਹੈ, ਜਿਹਨੂੰ ਕਿਰਾਇਆ ਪੁੱਛਣੇ ਆਉਂਦੀ ਹੈ ਭਾਈ ਕਿਰਾਇਆ ਕੋ ਨਹੀਂ ਇੰਨਾ। ਤੇ ਲੀਟਰ 2 ਲੀਟਰ ਦੇ ਦਿਲ 'ਚ ਤੁਸੀਂ ਉਂਝ ਫੂਕ ਕੇ ਟੁੱਟ ਜਾਂਦੇ ਹੋ। ਘਮਾ ਘਮੂ ਕੇ ਮੁੱਕ ਜਾਂਦਾ। ਸਹੀ ਹੋ ਜੀ। अस्सलाम वालेकुम भाई जान। ਵਾਲੇਕਮ ਅਸਲਾਮ। ਪਿਆਰੇ ਭਾਈ ਆ, ਜਿਹੜਾ ਹਕੂਮਤ ਨੇ ਰਾਤੋਂ ਰਾਤ ਪੈਟਰੋਲ ਵਧਾਈ ਤਾਂ ਇਹਦੇ ਬਾਰੇ ਤੁਸੀਂ ਹਕੂਮਤ ਨੂੰ ਕੀ ਕਹਿਣਾ ਚਾਹੋਗੇ? ਕਿੰਨੇ ਰੁਪਏ ਲੀਟਰ ਪੈਟਰੋਲ ਹੋਣਾ ਚਾਹੀਦਾ? ਸਵਾਰੀ ਨਾਲ ਕਿਰਾਏ ਤੇ ਬਹਿਸ ਹੁੰਦੀ ਹੈ ਜਾਂ ਨਹੀਂ ਹੁੰਦੀ? ਕੀ ਮਾਮਲਾ ਚੱਲ ਰਿਹਾ ਅੱਜ ਕੱਲ? ਭਾਈ ਪੈਟਰੋਲ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ, ਜਿਹਦੀ ਵਜ੍ਹਾ ਤੇ ਸਵਾਰੀ ਕਿਰਾਇਆ ਨਹੀਂ ਭਰਦੀ, ਬਹਿਸ ਕਰਦੀ ਹੈ। ਅਸੀਂ ਆਪਣਾ ਰੋਜ਼ੀ ਕਮਾਉਣ ਵਾਸਤੇ ਨਿਕਲੇ ਹੁੰਦੇ ਆ, ਲੇਕਿਨ ਸਵਾਰੀ ਕਿਰਾਇਆ ਨਹੀਂ ਸਾਡਾ ਪੂਰਾ ਭਰਦੀ ਹੈ। ਪਹਿਲਾਂ ਇੱਥੋਂ ਸ਼ਿਸ਼ਰ ਵਾਲੀ ਕਰਦੀ ਬਹਿੰਦੀ ਨਹੀਂ ਹੈ, ਫਿਰ ਮੈਂ ਤੁਹਾਨੂੰ ਮਜਬੂਰਨ ਮਾਲੀ ਪੈਂਦੇ। ਅਸੀਂ ਵੀ ਰੋਜੀ ਰੋਟੀ ਕਮਾਉਣ ਨਿਕਲੇ ਆਪਣੇ ਕਰ ਲਈ। ਇਹ ਜਿਹੜਾ ਨਾ ਫਿਕਸ ਚਾਰजेस ਪਾਈ ਤੇ ਨੇ ਮੀਟਰ ਤੇ, ਜਿੰਨੇ ਮਰਜ਼ੀ ਤੁਹਾਡੇ ਯੂਨਿਟ ਪੇ ਸਰਨ ਉਹਦਾ ਵੱਖਰਾ ਬਿੱਲ ਆਏਗਾ। ਤੇ ਹਾਲਾਂਕਿ ਤੁਸੀਂ ਮੀਟਰ ਆਪਣੇ ਪੱਲਿਓ ਲਵਾਇਆ ਹੈ, ਲੇਕਿਨ 600 ਰੁਪਇਆ ਉਹਨਾਂ ਤੁਹਾਨੂੰ ਚਾਰजेस ਪਾਣੇ ਹੀ ਪਾਣੇ ਨੇ। ਲੇਕਿਨ ਉਹ ਵੀ ਹਕੂਮਤ ਨੇ ਵੇਖੋ ਨਾ ਟੈਕਸ ਲਾਏ ਨੇ ਹਰ ਜਗ੍ਹਾ, ਹਰ ਬੰਦਾ ਦੇ ਰਿਹਾ, ਜਿਹੜਾ ਨਹੀਂ ਦੇ ਰਿਹਾ ਮੀਟਰ ਲਾ ਕੇ ਲੈ ਜਾਂਦੇ। ਤੇ ਮੀਟਰ ਤੇ ਤੁਸੀਂ ਆਪਣੇ ਪੱਲਿਓ ਲਵਾਇਆ ਹੁੰਦਾ, ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾਉਂਦੇ ਹੋ ਮੀਟਰ ਚਲਾ ਜਾਏ ਤੇ ਸਾਨੂੰ ਵਾਪਸ ਨਹੀਂ ਮਿਲਦਾ ਮੀਟਰ। ਉਹ ਮੀਟਰ ਤੇ ਸਾਨੂੰ ਪੈਸੇ ਭਰਨੇ ਪੈਂਦੇ ਨੇ। ਤੇ ਜਦੋਂ ਸਰ ਜਾਂਦਾ ਉਦੋਂ ਵੀ ਤੁਸੀਂ ਪੈਸੇ ਭਰ ਕੇ ਲਵਾਉਂਦੇ ਹੋ। ਤੇ ਕਾਹਦਾ ਕਿਰਾਇਆ ਲੈ ਰਹੀ ਹੈ ਫਿਰ ਹਕੂਮਤ? ਇਹ ਹਕੂਮਤ ਨੂੰ ਪਤਾ ਹੋਵੇ, ਹਕੂਮਤ ਖਾ ਰਹੀ ਗਰੀਬ ਆਪ ਨੂੰ, ਗਰੀਬ ਆਵਾਮ ਨੂੰ ਛਿੱਤਰ ਮਾਰੀ ਹੋਣ ਡਈ। ਛਿੱਤਰ ਮਾਰੀ ਆ ਰਹੀ ਹੈ ਖੁੱਲੇ।